ਉਹ ਨਾ ਜੀ ਜੀ। ਉਹਨਾਂ ਦਾ ਮਸਲਾ ਕੁਝ ਇੰਜ ਬਣਿਆ ਕਿ ਵਾਹਵਾ ਦੇਰ ਤੋਂ ਨਾ ਇਹਨਾਂ ਦਾ ਮਸਲਾ ਆ ਰਿਹਾ ਸੀ ਦਰਵਾਜ਼ਿਆਂ ਦਾ। ਜੀ ਇਹ ਜਿਹੜੇ ਨੇ ਨਾ, ਇੱਕ ਘਰ ਕਹਿੰਦਾ ਸੀ ਪਿਆ ਦੂਸਰੇ ਨੂੰ ਕਿ ਉਹ ਦਰਵਾਜ਼ਾ ਆਪਣਾ ਪੱਟਣ, ਕਿਉਂਕਿ ਉਹਨਾਂ ਦਾ ਜਿਹੜਾ ਨਾ ਦੂਸਰਾ ਘਰ, ਉਹਨਾਂ ਨੇ ਇੱਕ ਹੋਰ ਦਰਵਾਜ਼ਾ ਕੱਢ ਲਿਆ, ਬਣਾ ਲਿਆ ਹੋਰ ਜਗ੍ਹਾ ਤੇ, ਯਾਨੀ ਕਿ ਉਹਨਾਂ ਦੇ ਹੁਣ ਦੋ ਦਰਵਾਜ਼ੇ ਹੋ ਗਏ। ਮਤਲਬ ਕਿ ਕੁੱਲੇ ਹੋਰੀ ਕਹਿ ਰਹੇ ਸੀ ਬਿਸ਼ਾਰਤ ਹੋਰਾਂ ਦਾ ਕਿ ਬਿਸ਼ਾਰਤ ਹੋਰਾਂ ਨੇ ਦੋ ਦਰਵਾਜ਼ੇ ਆਪਣੇ ਬਣਾ ਲਏ ਨੇ। ਇੱਕ ਦਰਵਾਜ਼ਾ ਜਿਹੜਾ ਉਹਨਾਂ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਵੇ ਨਾ, ਜੀ। ਠੀਕ ਹੈ, ਤੁਹਾਨੂੰ ਪਤਾ ਹੀ ਹੈ, हाँ जी। ਉਹ ਦਰਵਾਜ਼ਾ ਆਪਣਾ ਜਿਹੜਾ ਉਹ ਆਪਣਾ ਬੰਦ ਕਰਨ, ਤੇ ਦੂਸਰਾ ਜਿਹੜਾ ਦਰਵਾਜ਼ਾ ਨਵਾਂ ਬਣਾਇਆ ਨੇ ਉਹ ਇਸਤੇਮਾਲ ਕਰਨ। ਉਹਨੇ ਇਹਨਾਂ ਦਾ ਮਸਲਾ ਬੜੇ ਅਰਸੇ ਤੋਂ ਚੱਲਦਾ ਹੁੰਦਾ ਆ ਪਿਆ, ਬੜੀਆਂ ਪਰਿਆ ਵੀ ਪਈਆਂ, ਬੜਾ ਇਹਨਾਂ ਨੇ ਇੱਕ ਦੂਸਰੇ ਤੇ ਪਰਚੇ ਵੀ ਦਿੱਤੇ, ਰੋਲੇ ਗੋਲੇ ਬੜੇ ਬਣੇ। ਬਾਕੀ ਇਹ ਮਸਲਾ ਕਿਸੇ ਪਾਸੇ ਹੱਲ ਨਹੀਂ ਆਉਂਦਾ ਆ ਪਿਆ। ਹੱਲ ਕਿਉਂ ਨਹੀਂ ਆਉਂਦਾ ਪਿਆ? ਹੱਲ ਇਸ ਤਰ੍ਹਾਂ ਨਹੀਂ ਆਉਂਦਾ ਆ ਪਿਆ ਕਿ ਇਹ ਕੁੱਲੇਰਾਂ ਦਾ ਮੁਤਾਲਬਾ ਆ ਕਿ ਉਹ ਬਿਸ਼ਾਰਤ ਹੋਰੀ ਆਪਣਾ ਦਰਵਾਜ਼ਾ ਬੰਦ ਕਰਨ। ਉਹਦੇ ਹੁਣ ਦਰਵਾਜ਼ਾ ਗਲੀ ਦੇ ਵਿੱਚੋਂ ਕੌਣ ਬੰਦ ਕਰਾਏ ਕਿਸੇ ਦਾ? हाँ जी। ਕੋਈ ਨਹੀਂ ਕਰਾ ਸਕਦਾ। बिल्कुल। ਉਹ ਆਪਣਾ ਦਰਵਾਜ਼ਾ ਬੰਦ ਨਹੀਂ ਕਰਦੇ, ਇਹ ਕਹਿੰਦੇ ਬੰਦ ਕਰੋ। ਇਹਨਾਂ ਦੀ ਰੋਜ਼ ਜਨਾਬ ਲੜਾਈ ਝਗੜਾ ਚੱਲਦਾ ਆ ਰਿਹਾ ਸੀ। ਉੱਪਰਿਆ ਦੇ ਵਿੱਚ ਵੀ ਜਿਹੜਾ ਹੁੰਦਾ ਆ ਉਹ ਮਸਲਾ ਕਿਸੇ ਪਾਸੇ ਲੱਗਦਾ ਹੀ ਨਹੀਂ ਆ ਕਿ ਹੁਣ ਦਰਵਾਜ਼ਾ ਕੌਣ ਬੰਦ ਕਰਾਏ। ਮਸਲਾ ਤੇ ਤਾਂ ਮੁੱਕਦਾ ਉਹਨਾਂ ਦਾ ਦਰਵਾਜ਼ਾ ਬੰਦ ਹੋਵੇ ਤੇ ਤਾਂ ਇਹਨਾਂ ਦਾ ਰੋਲਾ ਮੁੱਕਦਾ ਸੀ, ਤੇ ਦਰਵਾਜ਼ਾ ਕੌਣ ਬੰਦ ਕਰਾਏ। ਉਹ ਜਿਸ ਵਕਤ ਗੱਲ ਇੰਜੇ ਆਈ, ਮੈਂ ਉਹਨਾਂ ਦੀ ਗੱਲ ਸੁਣੀ ਦੋ ਘਰਾਂ ਦੀ। ਹੁਣ ਕੁੱਲੇ ਹੋਰੀ ਕਹਿੰਦੇ ਨੇ ਕਿ ਸਾਡੇ ਸਾਹਮਣੇ ਇਹਨਾਂ ਦਾ ਦਰਵਾਜ਼ਾ ਹੈ ਤੇ ਬੇਪਰਦਗੀ ਹੁੰਦੀ ਹੈ, ਨਾਲੇ ਜਿਸ ਵਕਤ ਅਸੀਂ ਕੋਈ ਮੋਟਰਸਾਈਕਲ ਵਗੈਰਾ ਵਾੜਨਾ ਹੁੰਦਾ ਅੰਦਰ ਤੇ ਉਸ ਵਕਤ ਵੀ ਮਸਲਾ ਬਣਦਾ ਹੈ। ਇਹ ਆਪਣਾ ਦਰਵਾਜ਼ਾ ਬੰਦ ਕਰਨ, ਕਿਉਂਕਿ ਇਹਨਾਂ ਨੇ ਉਹ ਦੂਸਰਾ ਦਰਵਾਜ਼ਾ ਹੋਰ ਬਣਾ ਲਿਆ, ਉਹ ਇਸਤੇਮਾਲ ਕਰਨ, ਇਹਨੂੰ ਬੰਦ ਕਰ ਦੇਣ। ਉਹ ਕਹਿੰਦੇ ਸੀ ਕਿ ਉਹ ਦੂਸਰਾ ਜਿਹੜਾ ਦਰਵਾਜ਼ਾ ਹੈ ਉਹ ਸਾਡਾ ਮੁੰਡਾ ਵੱਖਰਾ ਹੋਇਆ ਹੈ, ਪੁੱਤਰ ਇੱਕ ਸਾਡਾ ਵੱਖਰਾ ਹੋਇਆ ਹੈ, ਉਹਨੇ ਦਰਵਾਜ਼ਾ ਬਣਾਇਆ, ਉਹਨੇ ਆਪਣਾ ਦਰਵਾਜ਼ਾ ਕੱਢਿਆ। ਉਹ ਕੱਲ ਨੂੰ ਉਹ ਸਾਨੂੰ ਜਵਾਬ ਦੇ ਦੇ ਲੰਘਣ ਤੋਂ, ਤੇ ਅਸੀਂ ਕੀ ਕਰੀਏ? ਗੱਲ ਉਹਨਾਂ ਦੀ ਵੀ ਠੀਕ ਸੀ, ਭਾਵੇਂ ਉਹ ਨਾ ਵੀ ਜਵਾਬ ਦੇ, ਬਾਕੀ ਫੇਰ ਵੀ ਉਹ ਪੁੱਤਰ ਵੱਖਰਾ ਉਹਨਾਂ ਨੇ ਕੀਤਾ ਤੇ ਵੱਖਰਾ ਕੀਤਾ, ਤੇ ਉਹਨੇ ਵੱਖਰਾ ਆਪਣਾ ਦਰਵਾਜ਼ਾ ਕੱਢ ਲਿਆ। ਜਵਾਬ ਦੇ ਜਾਂ ਨਾ ਦੇ, ਇਹ ਦਰਵਾਜ਼ਾ ਉਹ ਬੰਦ ਕਿਸ ਤਰ੍ਹਾਂ ਕਰਨ? ਉਹ ਜਿਸ ਵਕਤ ਇਹਨਾਂ ਦੋਵਾਂ ਘਰਾਂ ਦੀ ਮੈਂ ਗੱਲ ਸੁਣੀ ਤੇ ਮੈਂ ਇਹਨਾਂ ਨੂੰ ਕੁੱਲੇਰਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਕੰਧ ਵਿੱਚ ਸੋਟਾ ਦਿੰਦੇ ਹੋ, ਬਈ ਦਰਵਾਜ਼ਾ ਤੁਸੀਂ ਆਖਦੇ ਹੋ ਇਹ ਆਪਣਾ ਬੰਦ ਕਰਨ। ਉਹਨਾਂ ਨੇ ਦੂਜਾ ਦਰਵਾਜ਼ਾ ਬਣਾ ਲਿਆ, ਉਹ ਦੂਜਾ ਛੱਡ ਕੇ ਤੀਜਾ ਬਣਾ ਲੈਣ, ਕਦੇ ਚਾਰ ਦਰਵਾਜ਼ੇ ਹੋਰ ਬਣਾ ਲੈਣ। ਆਪਣੇ ਘਰ ਦੇ ਵਿੱਚ, ਆਪਣੇ ਵਿਹੜੇ ਦੇ ਵਿੱਚ ਉਹਨਾਂ ਦਰਵਾਜ਼ਾ ਬਣਾਇਆ, ਤੁਸੀਂ ਕਿੰਜ ਬੰਦ ਕਰਾ ਸਕਦੇ ਹੋ? ਜਾਂ ਹੋਰ ਕੋਈ ਕਿਸ ਤਰ੍ਹਾਂ ਬੰਦ ਕਰਾ ਦਿੰਦਾ? ਤੁਹਾਡਾ ਇਹ ਮੁਤਾਲਬਾ ਫਜ਼ੂਲ ਹੈ। ਅੱਛਾ, ਉਹ ਕਹਿੰਦੇ ਨੇ ਜੀ ਮਸਲਾ ਬੜਾ ਹੁੰਦਾ, ਬੇਪਰਦਗੀ ਆਉਂਦੀ ਹੈ। ਮੈਂ ਕਿਹਾ ਜੀ ਤੁਹਾਨੂੰ ਬੇਪਰਦਗੀ ਦਾ ਮਸਲਾ ਹੈ ਤੇ ਤੁਸੀਂ ਆਪਣਾ ਦਰਵਾਜ਼ਾ ਬੰਦ ਕਰਕੇ ਇੱਥੋਂ ਇਸ ਜਗ੍ਹਾ ਤੋਂ ਪੱਟ ਕੇ ਤੇ ਦੂਸਰੀ ਜਗ੍ਹਾ ਤੇ ਲਾ ਦਿਓ। जी बिल्कुल। ਮਸਲਾ ਤੁਹਾਨੂੰ ਹੈ ਨਾ, ਤੁਸੀਂ ਆਪਣਾ ਪੱਟ ਲਓ। ਉਹ ਕਹਿੰਦੇ ਨੇ ਕਿ ਜੀ ਕੁੱਲਾ ਕਹਿੰਦਾ ਹੈ ਕਿ ਅਸੀਂ ਦਰਵਾਜ਼ਾ ਆਪਣਾ ਲਾਉਣ ਲੱਗੇ ਸੀ ਜਿਸ ਵਕਤ ਅਸੀਂ ਮਕਾਨ ਬਣਾਉਂਦੇ ਇਹਨਾਂ ਪੇ। ਮੈਂ ਵੀ ਗੱਲ ਕੀਤੀ, ਮੈਂ ਕਿਹਾ ਤੁਸੀਂ ਮਕਾਨ ਬਾਅਦ ਵਿੱਚ ਬਣਾਇਆ, ਇਹਨਾਂ ਦਾ ਪਹਿਲਾ ਬਣਿਆ, ਕਿ ਤੁਹਾਨੂੰ ਚਾਹੀਦਾ ਆ ਕਿ ਉਸ ਵਕਤ ਸੋਚਣਾ ਕਿ ਇਹਨਾਂ ਦੇ ਦਰਵਾਜ਼ੇ ਦੇ ਸਾਹਮਣੇ ਤੁਸੀਂ ਆਪਣਾ ਦਰਵਾਜ਼ਾ ਨਾ ਲਾਓ। ਉਹ ਕਹਿੰਦਾ ਜੀ ਜਿਸ ਵਕਤ ਅਸੀਂ ਮਕਾਨ ਬਣਾਉਂਦੇ ਸੀ ਨਾ ਪੇ, ਅਸੀਂ ਆਪਣਾ ਦਰਵਾਜ਼ਾ ਉਧਰ ਸਾਈਡ ਤੇ ਲਾਉਣ ਲੱਗੇ ਸੀ। ਇਹਨਾਂ ਦੇ ਮੁੰਡੇ ਨੇ ਸਾਨੂੰ ਕਿਹਾ ਹੈ ਕਿ ਬਈ ਤੁਸੀਂ ਦਰਵਾਜ਼ਾ ਇੱਥੇ ਨਾ ਲਾਓ, ਇੱਥੇ ਦਰਵਾਜ਼ਾ ਕੱਲ ਨੂੰ ਅਸੀਂ ਆਪਣਾ ਦਰਵਾਜ਼ਾ ਇਸ ਜਗ੍ਹਾ ਤੇ ਲੈ ਆਉਣਾ ਤੇ ਫਿਰ ਆਮੋ ਸਾਹਮਣੇ ਦਰਵਾਜ਼ੇ ਹੋ ਜਾਂਦੇ ਨੇ, ਲਿਹਾਜ਼ਾ ਤੁਸੀਂ ਆਪਣਾ ਦਰਵਾਜ਼ਾ ਇਸ ਜਗ੍ਹਾ ਤੇ ਲਾ ਦਿਓ, ਕਿਉਂਕਿ ਇਹ ਦਰਵਾਜ਼ਾ ਅਸੀਂ ਬੰਦ ਕਰ ਦੇਣਾ। ਉਹਨੂੰ ਬਿਸ਼ਾਰਤ ਦਾ ਜਿਹੜਾ ਹੈ ਨਾ ਅੱਬਾ ਬਜ਼ੁਰਗ ਉਹਦੇ, ਉਹ ਕਹਿੰਦੇ ਨੇ ਉਹ ਮੁੰਡੇ ਨੇ ਕੀਤੀ ਗੱਲ, ਇਹ ਬਿਸ਼ਾਰਤ ਦੇ ਮੁੰਡੇ ਨੇ ਕਿਹੜੇ ਕੀਤੀ? ਕਹਿੰਦਾ ਉਹ ਮੁੰਡੇ ਨੇ ਕੀਤੀ ਗੱਲ, ਮੁੰਡਿਆਂ ਦੀ ਬੱਚਿਆਂ ਦੀਆਂ ਆ ਰਹੀਆਂ ਗੱਲਾਂ ਹੁੰਦੀਆਂ ਨੇ, ਮੁੰਡਿਆਂ ਦੀ ਕਿਹੜੀ ਗੱਲ ਹੁੰਦੀ ਹੈ। ਮੈਂ ਕਿਹਾ ਅੱਛਾ ਠੀਕ ਹੈ। ਮੈਂ ਕਿਹਾ ਮਤਲਬ ਇਹ ਕਿ ਤੁਸੀਂ ਦਰਵਾਜ਼ਾ ਇੱਥੇ ਤਾਂ ਲਾਇਆ ਕੁੱਲੇਰਾਂ ਨੂੰ? ਮੈਂ ਕਿਹਾ ਕਿ ਇਹਨਾਂ ਦੇ ਬੱਚੇ ਨੇ ਕਿਹਾ, ਮੁੰਡੇ ਨੇ ਇਹਨਾਂ ਦੇ ਨੇ ਕਿਹਾ। ਨੇ ਕਿਹਾ ਜੀ ਬਿਲਕੁਲ।
ਮੈਂ ਕਿਹਾ ਉਸ ਵਕਤ ਕੋਈ ਬੰਦਾ ਕੋਈ ਗਵਾਹ ਹੈ? ਉਹਨਾਂ ਕਿਹਾ ਜੀ ਗਵਾਹ ਹੈ। ਮੈਂ ਬਿਸ਼ਾਰਤ ਨੂੰ ਆਖਿਆ ਵੀ ਹੁਣ ਗੱਲ ਇਹ ਵੀ ਕਿ ਗਵਾਹ ਨੂੰ ਬੁਲਾਣਾ ਜੇ ਜਾਂ ਮੁੰਡੇ ਕੋਲੋਂ ਪੁੱਛ ਲਓ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਨਹੀਂ ਕੀਤੀ। ਉਹ ਕਹਿੰਦਾ ਚੋਰ ਸਾਹਿਬ ਮੁੰਡੇ ਨੇ ਗੱਲ ਕੀਤੀ ਹੈ ਜਾਂ ਨਹੀਂ ਕੀਤੀ, ਗੱਲ ਇਹ ਵੇ ਉਹ ਤਾਂ ਬੱਚਾ ਸੀ ਨਾ। ਮੈਂ ਆਖਿਆ ਤੁਸੀਂ ਅਗਲੀ ਗੱਲ ਛੱਡੋ, ਮੁੰਡੇ ਨੇ ਕੀਤੀ ਹੈ? ਹਾਂ ਮੁੰਡੇ ਨੇ ਕੀਤੀ ਹੋਣੀ ਹੈ। ਮੈਂ ਕਿਹਾ ਜੇ ਮੁੰਡੇ ਨੇ ਕੀਤੀ ਹੈ ਨਾ ਤਾਂ ਮੁੰਡਾ ਕੱਲ ਨੂੰ ਮੋਟਰਸਾਈਕਲ ਲੈ ਕੇ ਨਿਕਲਦਾ ਹੈ। ਜਿਕਨ ਅੱਜ ਕੱਲ੍ਹ ਬੱਚਿਆਂ ਦੀ ਆਦਤ ਹੁੰਦੀ ਹੈ ਮੰਡੀਕੇ ਦੀ, ਬਿਲਕੁਲ ਮੋਟਰਸਾਈਕਲ ਕਿਰੇ ਭਜਾਉਂਦਾ ਪਿਆ, ਕਿਰੇ ਡਿੱਗ ਕੇ ਆ ਜਾਂਦਾ, ਉਹ ਹਸਪਤਾਲ ਚਲਾ ਜਾਂਦਾ। ਮੈਂ ਕਿਹਾ ਉਹਦਾ ਇਲਾਜ ਕੌਣ ਕਰਾਏਦਾ? ਇਹ ਅਸੀਂ ਕਰਾਵਾਂਗੇ। ਮੈਂ ਕਿਹਾ ਖਰਚਾ ਕੌਣ ਕਰੇਦਾ? ਇਹ ਅਸੀਂ ਕਰਾਂਗੇ। ਮੈਂ ਕਿਉਂ ਕਰੋ ਦੇ? ਮੁੰਡਾ ਨਾ ਮੋਟਰਸਾਈਕਲ ਭਜਾਉਂਦਾ, ਜੀ ਨਾ ਤੇਜ਼ ਕਰਦਾ, ਨਾ ਸਾਡਾ ਮਾਰਦਾ। ਤੁਸੀਂ ਆਖਦੇ ਹੋ ਬੱਚਾ ਹੈ, ਡਾਕਟਰਾਂ ਨੂੰ ਆਖੋ ਬੱਚਾ ਹੈ। ਇਹਨੇ ਬੱਚੇ ਨੇ ਸਾਡਾ ਮਾਰੀਆਂ ਨੇ ਤੇ ਡਿੱਗ ਪਿਆ ਤੇ ਕਾਹਦੇ ਤੁਹਾਨੂੰ ਪੈਸੇ ਦਈਏ? ਦਿਓ ਦੇਣਾ? ਅੱਛਾ ਦਿਆ ਦੇ। ਮੈਂ ਕਿਹਾ ਫਿਰ ਇਹੀ ਗੱਲ ਹੈ ਕਿ ਬੱਚਿਆਂ ਦੀ ਕੀਤੀ ਗਲਤੀ ਨਾ ਦਾ ਅਜ਼ਾਲਾ ਭੁਗਤਣਾ ਪੈਂਦਾ। ਜੀ ਬਿਲਕੁਲ ਹੁਣ ਜੀ। ਬੱਚੇ ਤੁਹਾਡੇ ਦੀ ਗਲਤੀ ਹੈ। ਇਹ ਦਰਵਾਜ਼ਾ ਸਾਈਡ ਤੇ ਲਾਦੇ ਸੀ ਪਏ, ਇਹਨਾਂ ਦਾ ਸਾਈਡ ਤੇ ਲਾਂਦਿਆਂ ਲਾਂਦਿਆਂ ਦਰਵਾਜ਼ਾ ਤੁਹਾਡੇ ਬੱਚੇ ਨੇ ਇਹ ਗੱਲ ਕਰਕੇ ਇਹਨਾਂ ਦਾ ਦਰਵਾਜ਼ਾ ਇਸ ਜਗ੍ਹਾ ਤੇ ਲਵਾ ਲਿਆ। ਗਲਤੀ ਤੁਹਾਡੇ ਬੱਚੇ ਦੀ ਹੈ ਤੇ ਅਜ਼ਾਲਾ ਇਹ ਭੁਗਤਣ, ਇਹ ਵੀ ਤੇ ਤੁਕ ਨਹੀਂ ਨਾ ਬਣਦਾ। ਬਿਲਕੁਲ ਮੈਂ ਕਿਹਾ ਹਾਂ ਇਹ ਤਰੀਕਾ ਹੋ ਸਕਦਾ ਹੈ ਕਿ ਤੁਸੀਂ ਅਗਰ ਆਪਣੇ ਬੱਚੇ ਦੀ ਗਲਤੀ ਦੀ ਇਹਨਾਂ ਕੋਲੋਂ ਮਾਜ਼ਰਤ ਕਰ ਲਓ, ਇਹ ਮਾਜ਼ਰਤ ਤੁਹਾਡੀ ਕਬੂਲ ਕਰ ਲੈਣ ਤੇ ਤੁਹਾਡੇ ਦਰਵਾਜ਼ੇ ਜਿੱਥੇ ਜਿੱਥੇ ਹੈ ਨੇ ਉੱਥੇ ਉੱਥੇ ਕੰਮ ਨਿਜ਼ਾਮ ਚੱਲਦਾ ਰਹੇ। ਅਗਰ ਜ਼ਰੂਰੀ ਹੋਇਆ ਬਦਲਣਾ ਤੇ ਤੁਹਾਡੇ ਕੋਲੇ ਗੁੰਜਾਇਸ਼ ਨਹੀਂ ਹੈ, ਜਗ੍ਹਾ ਨਹੀਂ ਹੈ ਕਿ ਤੁਸੀਂ ਆਪਣਾ ਦਰਵਾਜ਼ਾ ਕਿਸੇ ਹੋਰ ਜਗ੍ਹਾ ਤੇ ਕਰ ਲਓ। ਇਹ ਆਪਣਾ ਦਰਵਾਜ਼ਾ ਪੱਟ ਕੇ ਤੇ ਸਾਈਡ ਤੇ ਕਰ ਸਕਦੇ ਨੇ। ਤੁਹਾਡੀ ਦੀਵਾਰ ਦੇ ਨਾਲ ਪਹਿਲਾਂ ਹੀ 2 ਦਰਵਾਜ਼ੇ ਲੱਗ ਚੁੱਕੇ ਨੇ, ਔਰ ਨਹੀਂ ਹੋ ਸਕਦੀ ਗੁੰਜਾਇਸ਼। ਹਾਂ ਇਹਨਾਂ ਕੋਲੇ ਆਏ ਇਹ ਕਰ ਸਕਦੇ ਨੇ ਤੇ ਇਹਨਾਂ ਦਾ ਜਿਹੜਾ ਦਰਵਾਜ਼ਾ ਸਾਈਡ ਤੇ ਕਰਨ ਵਾਲਾ ਖਰਚਾ ਉਹ ਤੁਸੀਂ ਦੇ ਦਿਓ। ਹਾਂ ਬਿਲਕੁਲ ਜ਼ਾਹਿਰ ਗੱਲ ਮੁਕਾਣੀ। ਉਹ ਖਰਚਾ ਮੈਂ ਕਿਹਾ ਤੁਸੀਂ ਤਾਂ ਦੇਣਾ ਕਿਉਂਕਿ ਤੁਹਾਡੇ ਮੁੰਡੇ ਦੀ ਗਲਤੀ ਹੈ। ਉਹਨਾਂ ਕਿਹਾ ਜੀ ਠੀਕ ਹੈ। ਅੱਛਾ ਉਹ ਨਾ ਬਿਸ਼ਾਰਤ ਦੇ ਬਜ਼ੁਰਗਾਂ ਨੇ ਕਿਹਾ, ਫੁੱਲੇ ਦੇ ਅੱਬੇ ਨੂੰ ਸਾਨੇ ਆਖਿਆ ਬਈ ਅਸੀਂ ਇੰਜ ਕਰ ਤੁਹਾਡੇ ਕੋਲੋਂ ਮਾਜ਼ਰਤ ਵੀ ਕਰਨੇ ਆ ਤੇ ਦਰਵਾਜ਼ੇ ਦਾ ਅਸੀਂ ਖਰਚਾ ਵੀ ਦੇਣੇ ਆ। ਜਿਹੜਾ ਖਰਚਾ ਹੁੰਦਾ ਉਹ ਅਸੀਂ ਦੇਣੇ ਆ, ਤੁਸੀਂ ਆਪਣਾ ਦਰਵਾਜ਼ਾ ਜਿਹੜਾ ਉਹ ਸਾਈਡ ਤੇ ਕਰ ਲਓ। ਸਾਈਡ ਤੇ ਕਰ ਲਓ ਬਿਲਕੁਲ। ਉਹਨਾਂ ਨੇ ਕਿਹਾ ਜੀ ਸਾਡੇ ਕੋਲੇ ਸੀਮੈਂਟ ਵੀ ਪਿਆ, ਰੇਤ ਵੀ ਪਈ ਹੈ, ਬਜਰੀ ਵੀ ਪਈ ਹੈ। ਤੁਸੀਂ ਇਸ ਤਰ੍ਹਾਂ ਕਰੋ ਮਿਸਤਰੀ ਮਜ਼ਦੂਰ ਦੀ ਦਿਹਾੜੀ ਦੇ ਦਿਓ, ਉਹ ਜਿਹੜਾ ਸਮਾਨ ਸਾਡੇ ਕੋਲ ਪਿਆ ਹੈ ਉਹ ਇਸਤੇਮਾਲ ਕਰਕੇ ਤੇ ਦਰਵਾਜ਼ਾ ਅਸੀਂ ਜਿਹੜਾ ਉਹ ਸਾਈਡ ਤੇ ਕਰ ਲੈਂਦੇ ਹਾਂ। ਮੈਂ ਕਿਹਾ ਠੀਕ ਹੈ, ਅਸੀਂ ਉਹ ਮਜ਼ਦੂਰੀ ਜਿਹੜੀ ਬਣਦੀ ਹੈ ਅਸੀਂ ਦੇ ਦਿਆਂਗੇ। ਗੱਲ ਕਰਨੇ ਦਾ ਮਤਲਬ ਹੈ ਕਿ ਮਸਲਾ ਤੇ ਉਹਨਾਂ ਦਾ ਹੱਲ ਹੋ ਗਿਆ, ਮੁੱਕ ਗਿਆ। ਜੀ ਹੁਣ ਗੱਲ ਇਹ ਵੇ ਕਿ ਪਹਿਲਾਂ ਤੇ ਉਹਨਾਂ ਦੀ ਮਿਹਰਬਾਨੀ ਕਿ ਜਿਹੜੇ ਮੰਨ ਜਾਂਦੇ ਨੇ ਸਾਡੀ ਚਲੋ ਗੱਲ, ਮਿਹਰਬਾਨੀ ਹੈ ਕਿਸੇ ਦੀ। ਗੱਲ ਸਿਰਫ ਇਤਨੀ ਹੈ ਕਿ ਚਲੋ ਸਾਡੀ ਮੰਨ ਜਾਂਦੇ ਨੇ, ਉਹਨਾਂ ਦੀ ਮਿਹਰਬਾਨੀ ਹੈ। ਇਹ ਚੀਜ਼ ਉਹ ਆਪਸ ਵਿੱਚ ਜਿਹੜੇ ਨਾ ਸਭ ਤੋਂ ਪਹਿਲਾਂ ਤੇ ਹੁੰਦਾ ਹੈ ਘਰ ਦੀ ਫੈਮਿਲੀ ਦੀ ਮੰਨਣੀ, ਆਪਣੇ ਫੈਮਿਲੀ ਦੀ ਗੱਲਬਾਤ ਮੰਨਣੀ, ਫੈਮਿਲੀ ਦੇ ਵੱਡਿਆਂ ਦੀ ਮੰਨਣੀ, ਫਿਰ ਆਂਢੀਆਂ ਗੁਆਂਢੀਆਂ ਦੀ, ਮਹੱਲੇਦਾਰਾਂ ਦੀ, ਆਂਢੀਆਂ ਗੁਆਂਢੀਆਂ ਦੀ ਮੰਨਣੀ ਜਿਹੜੀ ਹੈ ਨਾ ਉਹ ਵੀ ਬੜੀ ਚੰਗੀ ਚੀਜ਼ ਹੁੰਦੀ ਹੈ। ਅਗਰ ਇਹ ਚੀਜ਼ ਇਹ ਗੱਲ ਉਹ ਆਪਸ ਵਿੱਚ ਦੋਵੇਂ ਘਰ ਹਮਸਾਏ ਆਂਢੀ ਗੁਆਂਢੀ ਸੀ, ਇੱਕ ਦੂਸਰੇ ਦੀ ਚੰਗੀ ਮਾੜੀ ਦੇ ਕੰਮ ਆਵਣ ਵਾਲੇ, ਬੰਦਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਰਿਸ਼ਤੇਦਾਰ ਵੀ ਜਿਹੜੇ ਹੁੰਦੇ ਨੇ ਨਾ ਦੂਰ ਹੋਵਣ, ਉਹਨਾਂ ਨੂੰ ਤਾਂ ਫੇਰ ਕਿਹੜਾ ਮਕਸਦ ਹੈ ਕਿ ਕਿਹੜੇ ਕੋਈ ਤੰਗੀ ਤਕਲੀਫ ਹੋ ਜਾਏ, ਕਿਹੜਾ ਬੰਦਾ ਬਿਮਾਰ ਹੀ ਹੋ ਜਾਂਦਾ, ਐਮਰਜੈਂਸੀ ਬਣ ਜਾਂਦੀ ਹੈ, ਘਰ ਕੋਲ ਕੋਈ ਲੱਦਾ ਨਹੀਂ ਆਉਂਦਾ, ਸਵਾਰੀ ਜਿਹੜੀ ਨੂੰ ਕਹਿੰਦੇ ਨੇ ਨਹੀਂ ਆਉਂਦੀ, ਤੇ ਆਵਾਜ਼ ਕਿਹਨੂੰ ਬੰਦੇ ਆਵਾਜ਼ ਮਾਰਦੇ ਨੇ, ਆਂਢੀ ਗੁਆਂਢੀ ਕਿਸੇ ਨੂੰ। ਤੇ ਬਲਕਿ ਅਗਰ ਮਾਹੌਲ ਠੀਕ ਹੋਵੇ ਨਾ, ਵਰਤਨ ਠੀਕ ਰੱਖੀ ਹੋਵੇ ਕਿਸੇ ਨਾਲ, ਤੇ ਫਿਰ ਆਵਾਜ਼ ਮਾਰਨੇ ਦੀ ਵੀ ਜ਼ਰੂਰਤ ਨਹੀਂ ਪੈਂਦੀ। ਕੋਈ ਤੰਗੀ ਤਕਲੀਫ ਹੋ ਜਾਏ ਤੇ ਆਪੇ ਅਗਲੇ ਸਿਰ ਤੇ ਆ ਜਾਂਦੇ ਨੇ। ਜੀ ਬਿਲਕੁਲ।
ਤੇ ਇਹ ਵੀ ਜਿਹੜੀਆਂ ਗੱਲਾਂ ਨੇ, ਇਹ ਵੀ ਜਿਹੜੇ ਮਸਲੇ ਨੇ, ਇਹ ਅਗਰ ਆਪਸ ਵਿੱਚ ਬਹਿ ਕੇ ਬੰਦੇ ਹੱਲ ਕਰ ਲੈਣ ਕਰਨ ਪਿਆਰ ਸਲੂਕ ਨਾਲ, ਜੀ ਅੱਲਾ बिल्कुल ਅੱਲਾ ਕੀਤੇ ਤੋਂ ਬਗੈਰ, ਠੀਕ ਹੈ। ਹੁਣ ਇਤਨੇ ਅਰਸੇ ਤੋਂ ਇਹਨਾਂ ਨੇ ਸਾਰੀ ਗੱਲ ਦੋਵਾਂ ਘਰਾਂ ਨੇ ਖਰਚੇ ਵੀ ਕੀਤੇ ਨੇ, ਇੱਕ ਦੂਜੇ ਦੇ ਮਕਸਦ ਹੈ ਕਿ ਪਰਚੇ ਦੇਣ ਤੋਂ ਤੇ ਜਨੋਬਤ ਆਈ ਰਹੀ ਹੈ, ਖਰਚੇ ਵੀ ਕੀਤੇ, ਠੀਕ ਹੈ। ਚਲੋ ਹੁਣ ਫਿਰ ਅੱਲਾ ਕੀਤਾ ਤੇ ਮਸਲਾ ਹੱਲ ਹੋ ਗਿਆ। ਇਹ ਪਹਿਲਾਂ ਹੀ ਅਗਰ ਉਹ ਬਹਿ ਕੇ ਆਪਸ ਵਿੱਚ ਤੇ ਇਹ ਰੱਖਦੇ ਕਿ ਅਸੀਂ ਇੱਕ ਦੂਸਰੇ ਦੇ ਹੈਂ जी ਅਸੀਂ ਇੱਕ ਦੂਜੇ ਦੇ ਭਾਈਵਾਰ ਹਾਂ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਂਝੇ ਹਾਂ, ਲੋੜ ਜ਼ਰੂਰਤ ਪਿਆ ਸਦ ਮਾਰਨੀ ਪੈਂਦੀ ਹੈ ਸਾਨੂੰ, ਇਹ ਸਾਨੂੰ ਮਾਰਨੀ ਪਵੇਗੀ ਇਹਨਾਂ ਨੂੰ ਤੇ ਇਹਨਾਂ ਨੂੰ ਮਾਰਨੀ ਪਵੇਗੀ ਸਾਨੂੰ।